ਸਤਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਤੂੰ ਜਾਵੇ ਹਾਲ। ਇਹਾ ਪਾਈ ਮੂੰਦਾ ਤੜੀ, ਨਿਤ ਹਿਰਦੈ ਰੱਖਾ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਬਹਿਤਾਰੀ, ਰਹਾਉ ਨਿੰਦਾ ਹੋਏ ਤਾਂ ਬੈਕੁੰਠ ਜਾਈਐ। ਨਾਮ ਪਦਾਰਥ ਮਨ ਹੈ ਬਸਾਈਐ। ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਲੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਚਾਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀ ਸਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ, ਪੂਰਬੀ ਜਾਤੀ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਹੈ। ਭਗਤ ਕਬੀਰ ਜੀ ਸ਼ਬਦ ਦੁਆਰਾ ਸਮਝਾ ਰਹੇ ਹਨ ਕਿ ਜਦੋਂ ਵੀ ਬਾਣੀ ਉਚਾਰਨ ਕਰਦੇ ਸਨ, ਉਦੋਂ ਕੋਈ ਨਾ ਕੋਈ ਮਨੋਰਥ ਹੁੰਦਾ ਸੀ ਭਗਤਾਂ ਦਾ। ਕਿਸੇ ਟਾਈਮ ਕੋਈ ਸਵਾਲ ਕਰ ਦਿੰਦਾ ਸੀ, ਕਿਸੇ ਟਾਈਮ ਕੋਈ ਪ੍ਰਸ਼ਨ ਕਰ ਦਿੰਦਾ ਸੀ, ਕੋਈ ਕੁਝ ਪੁੱਛਦਾ ਸੀ ਕਿ ਜਦੋਂ ਭਗਤ ਕਬੀਰ ਸਾਹਿਬ ਜੀ ਦਾ ਤੇਜ ਪ੍ਰਤਾਪ ਬਹੁਤ ਵੱਧ ਗਿਆ, ਭਗਤ ਜੀ ਦੀ ਬੜੀ ਮਹਿਮਾ ਹੋਣ ਲੱਗ ਗਈ, ਬਹੁਤ ਸਾਰੀ ਉਸਤਤ ਹੋਣ ਲੱਗ ਪਈ ਕਿ ਭਗਤ ਕਬੀਰ ਜੀ ਬੜਾ ਭਗਤ ਹੈ, ਬੜਾ ਭਗਤ ਹੈ। ਤਾਂ ਲੋਕ ਭਗਤ ਜੀ ਦਾ ਖਹਿੜਾ ਨਾ ਛੱਡਣ
ਤਾਂ ਭਗਤ ਜੀ ਨੇ ਇਹਨਾਂ ਲੋਕਾਂ ਤੋਂ ਖਹਿੜਾ ਛਡਾਉਣ ਲਈ, ਬਚਣ ਲਈ ਆਪਣੀ ਹਾਲਤ ਸ਼ਰਾਬੀਆਂ ਵਰਗੀ ਬਣਾ ਲਈ। ਜਿਵੇਂ ਸ਼ਰਾਬੀ ਬੇਸਵਾ ਦੀ ਬਾਂਹ ਪਕੜ ਕੇ ਬਾਜ਼ਾਰ ਵਿੱਚ ਤੁਰਿਆ ਫਿਰਦਾ ਹੈ, ਇਸ ਤਰ੍ਹਾਂ ਭਗਤ ਕਬੀਰ ਜੀ ਨੇ ਆਪਣੀ ਹਾਲਤ ਬਣਾ ਲਈ। ਇਸੇ ਪ੍ਰਕਾਰ ਭਗਤ ਕਬੀਰ ਜੀ ਨੇ ਹੱਥ ਵਿੱਚ ਲਾਲ ਰੰਗ ਦੀ ਬੋਤਲ ਫੜ ਲਈ ਤੇ ਲੋਈ ਨੂੰ ਬੇਸਵਾ ਵਾਲੇ ਕੱਪੜੇ ਪਵਾ ਕੇ ਤੇ ਗਲੀਆਂ ਬਾਜ਼ਾਰਾਂ ਵਿੱਚ ਫਿਰਨ ਲੱਗ ਪਏ। ਤਾਂ ਲੋਕ ਕਹਿਣ ਲੱਗੇ ਕਿ ਵੇਖੋ ਭਗਤ ਕਬੀਰ ਜੀ ਦਾ ਪਾਜ ਖੁੱਲ੍ਹ ਗਿਆ ਹੈ। ਕਹਿੰਦੇ ਸੀ ਭਗਤ ਹੈ, ਰੱਬ ਨੂੰ ਮਿਲਿਆ ਹੋਇਆ ਹੈ। ਅੱਜ ਬੇਸ਼ਵਾ ਨੂੰ ਨਾਲ ਲਈ ਫਿਰਦਾ ਹੈ, ਸ਼ਰਾਬ ਪੀਂਦਾ ਫਿਰਦਾ ਹੈ। ਤਾਂ ਉਸ ਤੋਂ ਬਾਅਦ ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ। ਜਦੋਂ ਲੋਕ ਭਗਤ ਕਬੀਰ ਜੀ ਦੀ ਨਿੰਦਿਆ ਕਰਨ ਲੱਗ ਪਏ, ਭਗਤ ਕਬੀਰ ਜੀ ਕਹਿਣ ਲੱਗੇ ਨਿੰਦੋ ਨਿੰਦੋ ਮੋਹ ਕੋ ਲੋਕ ਨਿੰਦੋ। ਕਹਿਣ ਲੱਗੇ ਹੇ ਭਾਈ ਮੈਨੂੰ ਮੈਂ ਨਿੰਦਣੇ ਯੋਗ ਹਾਂ, ਕਿ ਹੇ ਲੋਗੋ ਤੁਸੀਂ ਮੈਨੂੰ ਨਿੰਦਣੇ ਯੋਗ ਜਾਣ ਕੇ ਨਿੰਦਣਾ ਕਰੋ ਕਿ ਭਗਤ ਕਬੀਰ ਜੀ ਸ਼ਰਾਬੀ ਹੋ ਗਿਆ ਹੈ, ਇਸ ਕਰਕੇ ਕਿ ਬੇਸਵਾ ਨਾਲ ਫਿਰਦਾ ਹੈ, ਮੈਨੂੰ ਨਿੰਦਣਾ ਕਰੋ। ਮਨ ਬਾਣੀ ਸਰੀਰ ਕਰਕੇ ਵੀ ਨਿੰਦਣੇ ਯੋਗ ਹਾਂ। ਮਨ ਅੰਦਰੋਂ ਬਾਣੀ ਬੋਲਣੇ ਕਰਕੇ ਕਿ ਮੈਨੂੰ ਨਿੰਦੋ, ਸਰੀਰ ਕਰਕੇ ਵੀ ਨਿੰਦਣੇ ਯੋਗ ਹਾਂ, ਮੈਨੂੰ ਨਿੰਦੋ। ਇਸ ਕਰਕੇ ਹੇ ਨਿੰਦਣੇ ਯੋਗ ਲੋਕੋ ਤੁਸੀਂ ਮੇਰੀ ਜ਼ਰੂਰ ਨਿੰਦਿਆ ਕਰੋ। ਨਿੰਦਾ ਜਨ ਕੋ ਖਰੀ ਪਿਆਰੀ। ਭਗਤ ਜੀ ਕਹਿਣ ਲੱਗੇ ਕਿਉਂਕਿ ਸਾਨੂੰ ਭਗਤ ਜਨਾਂ ਨੂੰ ਨਿੰਦਾ ਅਪਕੀਰਤੀ ਖਰੀ ਬੇਅੰਤ ਹੀ ਪਿਆਰੀ ਲੱਗਦੀ ਹੈ। ਨਿੰਦਾ ਜਨ ਕੋ ਖਰੀ ਪਿਆਰੀ ਕਿ ਭਗਤ ਜੀ ਕਹਿਣ ਲੱਗੇ ਹੇ ਲੋਕੋ ਭਗਤ ਜਨਾਂ ਨੂੰ ਨਿੰਦਾ ਬੜੀ ਬੇਅੰਤ ਪਿਆਰੀ ਲੱਗਦੀ ਹੈ ਕਿ ਅਪਕੀਰਤੀ ਸਾਡੇ ਜਿਹੜੀ ਅਪਕੀਰਤੀ ਹੈ, ਨਿੰਦਾ ਹੈ। ਨਿੰਦਾ ਬਾਪ ਨਿੰਦਾ ਮਹਿਤਾਰੀ ਕਿ ਇਹ ਨਿੰਦਾ ਅਪਕੀਰਤੀ ਸਾਡੇ ਬਾਪ ਪਿਤਾ ਦੀ ਨਿਆਈ ਹੈ। ਜਿਹੜੀ ਸਾਡੀ ਨਿੰਦਿਆ ਕਰਨੀ ਹੈ ਕਿ ਸਾਡੇ ਪਿਤਾ ਦੀ ਨਿਆਈ ਹੈ, ਕਿ ਨਿੰਦਿਆ ਹੀ ਸਾਡੀ ਮਹਿਤਾਰੀ ਮਾਂ ਦੀ ਨਿਆਈ ਹੈ। ਕਿਉਂਕਿ ਨਿੰਦਿਆ ਕਰਨ ਵਾਲਾ ਪੁਰਸ਼ ਨਿੰਦਿਆ ਕਰਕੇ ਸਾਡੇ ਸੰਚਿਤ ਪਾਪ ਰੂਪ ਕਰਮਾਂ ਨੂੰ ਦੂਰ ਕਰਕੇ ਪਿਤਾ ਦੀ ਨਿਆਈ ਨਰਕਾਂ ਵੱਲੋਂ ਰੱਖਿਆ ਕਰਦਾ ਹੈ। ਤੇ ਨਿੰਦਿਆ ਪਿਤਾ ਦੇ ਤੁੱਲ ਹੈ ਅਤੇ ਮਾਤਾ ਦੇ ਤੁੱਲ ਹੈ। ਜਿਵੇਂ ਮਾਤਾ ਮਲ ਮੂਤਰ ਨੂੰ ਦੂਰ ਕਰਦੀ ਹੈ, ਬੱਚੇ ਦੀ ਗੰਦਗੀ ਨੂੰ ਸਾਫ਼ ਕਰਦੀ ਹੈ ਤੇ ਬੱਚੇ ਨੂੰ ਸ਼ੁੱਧ ਰੱਖਦੀ ਹੈ, ਇਸੇ ਤਰ੍ਹਾਂ ਹੀ ਨਿੰਦਿਆ ਜਿਹੜੀ ਹੈ ਉਹ ਅੰਤਸਕਰਨ ਹਿਰਦੇ ਨੂੰ ਪਾਪਾਂ ਦੀ ਮੈਲ ਤੋਂ ਸ਼ੁੱਧ ਰੱਖਦੀ ਹੈ। ਜਿਵੇਂ ਮਾਤਾ ਬੱਚੇ ਨੂੰ ਗੰਦਗੀ ਸਾਫ਼ ਕਰਕੇ ਕਿ ਸ਼ੁੱਧ ਰੱਖਦੀ ਹੈ, ਇਸੇ ਤਰ੍ਹਾਂ ਨਿੰਦਿਆ ਹੈ ਜਿਹੜੀ ਭਗਤ ਜੀ ਕਹਿਣ ਲੱਗੇ ਸਾਡੇ ਹਿਰਦੇ ਨੂੰ ਤੇ ਸਾਡੇ ਹਿਰਦੇ ਦੀ ਪਾਪਾਂ ਦੀ ਮੈਲ ਹੈ ਉਸ ਨੂੰ ਧੋ ਦਿੰਦੀ ਹੈ। ਇਸ ਲਈ ਨਿੰਦਿਆ ਮਾਤਾ ਦੇ ਤੁੱਲ ਹੈ। ਰਹਾਉ ਭਗਤ ਜੀ ਕਹਿਣ ਲੱਗੇ ਅੱਗੇ ਨਿੰਦਾ ਹੋਏ ਤਾਂ ਬੈਕੁੰਠ ਜਾਈਐ। ਕਹਿਣ ਲੱਗੇ ਹੇ ਭਾਈ ਜੇ ਨਿੰਦਾ ਹੋਵੇ ਤਾਂ ਬੈਕੁੰਠ ਸੱਚਖੰਡ ਧਾਮ ਵਿੱਚ ਜਾਣਾ ਹੁੰਦਾ ਹੈ। ਭਾਵ ਕਿ ਨਿੰਦਕ ਲੋਕ ਸਾਡੀ ਨਿੰਦਿਆ ਕਰਦੇ ਹਨ, ਉਸ ਨਾਲ ਸਾਨੂੰ ਬੇਲ ਮਿਲ ਜਾਂਦੀ ਹੈ। ਜਿਵੇਂ ਕਿ ਆਪ ਦੇ ਕੱਪੜੇ ਆਪ ਧੋਣੇ ਪੈਂਦੇ ਹਨ, ਜਦੋਂ ਕੋਈ ਦੂਸਰਾ ਕਿਸੇ ਦੇ ਕੱਪੜੇ ਧੋ ਦੇਵੇ ਉਦੋਂ ਬੇਲ ਮਿਲ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਸਾਡੀ ਪਾਪਾਂ ਦੀ ਹਿਰਦੇ ਦੇ ਪਾਪ ਹਨ ਉਹ ਸਾਨੂੰ ਮਿਹਨਤ ਕਰਕੇ ਨਾਮ ਜਪਣ ਕਰਕੇ ਧੋਣੇ ਪੈਂਦੇ ਹਨ, ਪਰ ਨਿੰਦਕ ਹਨ ਜਿਹੜੇ ਉਹ ਹਿਰਦੇ ਦੀ ਮੈਲ ਨੂੰ ਆਪਣੇ ਜੀਭ ਦੇ ਨਾਲ ਹੀ ਸਾਫ਼ ਕਰ ਦਿੰਦੇ ਹਨ, ਜਿਹੜਾ ਨਿੰਦਿਆ ਕਰਦੇ ਹਨ। ਨਾਮ ਪਦਾਰਥ ਮਨਹਿ ਵਸਾਈਐ ਅਤੇ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਵਸਤੂ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਜਦੋਂ ਸਾਡੀ
ਇਹ ਲੋਕ ਨਿੰਦਿਆ ਕਰਦੇ ਹਨ। ਫਿਰ ਅਸੀਂ ਪਰਮੇਸ਼ਰ ਦਾ ਨਾਮ ਰੂਪੀ ਵਸਤੂ ਪਦਾਰਥ ਆਪਣੇ ਮਨ ਦੇ ਵਿੱਚ ਵਸਾ ਲੈਣਾ ਕਰਦੇ ਹਾਂ। ਹਿਰਦੈ ਸੁਧ ਜੋ ਨਿੰਦਾ ਹੋਏ, ਜੋ ਜੇਕਰ ਨਿੰਦਾ ਹੋਵੇ ਤਾਂ ਜਿਹੜਾ ਹਿਰਦਾ ਹੈ ਉਹ ਸੁੱਧ ਹੋ ਜਾਂਦਾ ਹੈ, ਉਜਲ ਹੋ ਜਾਂਦਾ ਹੈ। ਭਗਤ ਜੀ ਕਹਿਣ ਲੱਗੇ ਹਿਰਦੈ ਸੁਧ, ਹਿਰਦਾ ਕਿਹਾ ਹੈ ਹਿਰਦੇ ਨੂੰ, ਕਿ ਜੇਕਰ ਨਿੰਦਾ ਹੋਵੇ, ਨਿੰਦਾ ਅਪਕੀਰਤੀ ਹੋਵੇ ਤਾਂ ਹਿਰਦਾ ਸੁੱਧ ਹੋ ਜਾਂਦਾ ਹੈ। ਉਹ ਨਿੰਦਿਆ ਕਰਨ ਵਾਲਾ ਪੁਰਸ਼ ਸਾਡੇ ਅੰਤਸਕਰਨ ਰੂਪੀ ਮਲੀਨ ਕੱਪੜਿਆਂ ਨੂੰ ਧੋ ਦਿੰਦਾ ਹੈ। ਹਮਰੇ ਕੱਪੜੇ ਨਿੰਦਕ ਧੋਏ, ਕਿ ਜਦੋਂ ਸਾਡੀ ਨਿੰਦਿਆ ਹੁੰਦੀ ਹੈ ਤਾਂ ਸਾਡੇ ਅੰਤਸਕਰਨ, ਸਾਡੇ ਹਿਰਦਾ ਹੈ ਜਿਹੜਾ ਉਹ ਉਜਲ ਹੋ ਜਾਂਦਾ ਹੈ। ਅਤੇ ਜੋ ਸਾਥੋਂ ਕੋਈ ਸਰੀਰ ਕਰਕੇ ਗਲਤੀ ਹੋਈ ਹੁੰਦੀ ਹੈ, ਉਹ ਨਿੰਦਿਆ ਕਰਨ ਵਾਲਾ ਸਾਡੀ ਨਿੰਦਾ ਕਰਕੇ ਸਾਡੇ ਹਿਰਦੇ ਰੂਪੀ ਵਸਤਰਾਂ ਨੂੰ ਧੋ ਰਿਹਾ ਹੈ, ਸਾਫ਼ ਕਰ ਰਿਹਾ ਹੈ। ਨਿੰਦਾ ਕਰੈ ਸੋ ਹਮਰਾ ਮੀਤ। ਭਗਤ ਜੀ ਕਹਿਣ ਲੱਗੇ ਜੋ ਸਾਡੀ ਨਿੰਦਿਆ ਅਪਕੀਰਤੀ ਕਰਦਾ ਹੈ ਉਹ ਤਾਂ ਹਮਰਾ ਸਾਡਾ ਪਿਆਰਾ ਮੀਤ ਮਿੱਤਰ ਹੈ। ਨਿੰਦਾ ਕਰੈ ਸੋ ਹਮਰਾ ਮੀਤ। ਭਗਤ ਜੀ ਕਹਿਣ ਲੱਗੇ ਜਿਹੜਾ ਸਾਡੀ ਨਿੰਦਿਆ ਕਰਦਾ ਹੈ ਉਹ ਸਾਡਾ ਪਿਆਰਾ ਮਿੱਤਰ ਹੈ। ਨਿੰਦਕ ਮਾਹੇ ਹਮਾਰਾ ਚੀਤ। ਭਗਤ ਜੀ ਕਹਿਣ ਲੱਗੇ ਨਿੰਦਿਆ ਕਰਨ ਵਾਲੇ ਵਿੱਚ ਹੀ ਹਮਾਰਾ ਸਾਡਾ ਪ੍ਰਸੰਨਤਾ ਨਾਲ ਚਿੱਤ ਲੱਗਿਆ ਰਹਿੰਦਾ ਹੈ, ਕਿਉਂਕਿ ਉਹ ਸਾਡੇ ਹਿਰਦੇ ਰੂਪੀ ਕੱਪੜੇ ਨੂੰ ਨਿੰਦਿਆ ਕਰਕੇ ਸਾਫ਼ ਕਰਦਾ ਹੈ। ਅੱਗੋਂ ਕਹਿਣ ਲੱਗੇ ਹੈ ਭਗਤ ਜੀ ਨਿੰਦਕ ਕਿਸ ਨੂੰ ਕਹਿੰਦੇ ਹਨ? ਤਾਂ ਭਗਤ ਜੀ ਕਹਿਣ ਲੱਗੇ ਨਿੰਦਾ ਸੋ ਜੋ ਨਿੰਦਾ ਹੋ ਰਹਿ। ਹੇ ਭਾਈ ਅਸਲ ਵਿੱਚ ਤਾਂ ਨਿੰਦਿਆ ਕਰਨ ਵਾਲਾ ਉਹ ਹੀ ਹੈ ਜੋ ਸਾਡੀ ਨਿੰਦਿਆ ਹੋਣ ਤੋਂ ਨਿੰਦਕ ਪੁਰਸ਼ ਨੂੰ ਹੋ ਰਹਿ ਰੋਕਣਾ ਕਰੇ। ਨਿੰਦਕ ਸੋ ਜੋ ਨਿੰਦਾ ਹੋ ਰਹਿ, ਕਿ ਭਗਤ ਜੀ ਕਹਿਣ ਲੱਗੇ ਹੈ ਭਾਈ ਅਸਲ ਵਿੱਚ ਤਾਂ ਸਾਡਾ ਨਿੰਦਿਆ ਕਰਨ ਵਾਲਾ ਉਹ ਹੈ ਜੋ ਸਾਡੀ ਨਿੰਦਿਆ ਅਪਕੀਰਤੀ ਹੋਣ ਵਾਲੇ ਤੋਂ ਤੇ ਅਪਕੀਰਤੀ ਹੋਣ ਤੋਂ ਨਿੰਦਕ ਪੁਰਸ਼ ਨੂੰ ਰੋਕਣਾ ਕਰੇ, ਉਹ ਸਾਡਾ ਨਿੰਦਕ ਹੈ। ਕਿਉਂਕਿ ਨਿੰਦਿਆ ਕਰਨ ਵਾਲਾ ਤਾਂ ਸਾਡਾ ਜੀਵਨ ਜਿਉਣਾ ਲੋੜਦਾ ਹੈ, ਜਿਉਣਾ ਚਾਹੁੰਦਾ ਹੈ ਕਿ ਇਹ ਜਿਉਂਦੇ ਰਹਿਣ ਤੇ ਭਗਤੀ ਕਰਦੇ ਰਹਿਣ। ਇਸੇ ਕਰਕੇ ਸਾਡੀ ਮੈਲ ਲਾਹੀ ਜਾਂਦੇ ਹਨ। ਨਿੰਦਾ ਹਮਰੀ ਪ੍ਰੇਮ ਪਿਆਰ, ਕਿ ਨਿੰਦਾ ਅਪਕੀਰਤੀ ਤਾਂ ਸਾਡੀ ਪ੍ਰੇਮਣ ਹੈ। ਨਿੰਦਾ ਅਪਕੀਰਤੀ ਹੈ ਜਿਹੜੀ ਉਹ ਸਾਡੀ ਪ੍ਰੇਮਣ ਹੈ, ਕਿ ਇਸ ਵਿੱਚ ਹੀ ਸਾਡਾ ਪਿਆਰ ਹੈ। ਜਿਹੜਾ ਨਿੰਦਕ ਨਿੰਦਿਆ ਕਰਦਾ ਹੈ ਉਸ ਵਿੱਚ ਹੀ ਸਾਡਾ ਪਿਆਰ ਹੈ। ਨਿੰਦਾ ਹਮਰਾ ਕਰੈ ਉਧਾਰ। ਭਗਤ ਜੀ ਕਹਿਣ ਲੱਗੇ ਕਿ ਬਾਣੀ ਕਰਕੇ ਬੋਲਣੇ ਕਰਕੇ ਸਾਡਾ ਪ੍ਰੇਮ ਹੈ, ਮਨ ਕਰਕੇ ਪ੍ਰੇਮ ਹੈ। ਅਪਕੀਰਤੀ ਨਿੰਦਾ ਤਾਂ ਸਾਡਾ ਉਧਾਰ ਕਰਨ ਵਾਲੀ ਹੈ। ਜਦ ਇਹ ਬਾਚਨ ਕਹੇ ਭਗਤ ਕਬੀਰ ਜੀ ਨੂੰ ਤਾਂ ਭਗਤ ਕਬੀਰ ਜੀ ਨੇ ਤਾਂ ਆਕਾਸ਼ ਬਾਣੀ ਹੋਈ ਕਿ ਇਹ ਭਗਤ ਜੀ ਇਹ ਤਾਂ ਅੱਗੇ ਹੀ ਨਿੰਦਿਆ ਕਰਕੇ ਬੜੇ ਅਰੋਗਤੀ ਨੂੰ ਪ੍ਰਾਪਤ ਹੋ ਰਹੇ ਹਨ। ਇਹ ਤਾਂ ਅੱਗੇ ਹੀ ਨਿੰਦਿਆ ਕਰ ਕਰ ਲੋਕ ਕਿ ਪਾਪਾਂ ਦੀ ਮੈਲ ਇਕੱਠੀ ਕਰ ਰਹੇ ਹਨ ਤੇ ਤੁਸੀਂ ਨਿੰਦਿਆ ਦੀ ਉਸਤਤੀ ਕਰਦੇ ਪਏ ਹੋ। ਇਹ ਲੋਕ ਤਾਂ ਉਦੋਂ ਜ਼ਿਆਦਾ ਨਿੰਦਿਆ ਕਰਨ ਲੱਗ ਜਾਣਗੇ। ਤਦ ਭਗਤ ਜੀ ਨੇ ਨਿੰਦਕਾਂ ਦਾ ਉਧਾਰ ਕਰਨ ਵਾਸਤੇ ਪਰਮੇਸ਼ਰ ਦੇ ਇਸ ਹੁਕਮ ਨੂੰ ਮੰਨ ਕੇ ਨਿੰਦਿਆ ਕਰਨ ਦਾ ਦੋਸਤ ਫਲ ਨਰਕ ਲਿਜਾਣ ਵਾਲਾ ਭੈ ਦੇ ਕੇ ਨਿੰਦਿਆ ਤੋਂ ਰੋਕਣ ਦਾ ਅਖੀਰਲੀ ਪੰਕਤੀ ਵਿੱਚ ਪ੍ਰਭੂ ਦੇ ਸਨਮੁਖ ਬੇਨਤੀ ਕਰਦਿਆਂ ਉਪਦੇਸ਼ ਕਥਨ ਕਰਦੇ ਹਨ। ਕਹਿਣ ਲੱਗੇ ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਹਿਣ ਲੱਗੇ ਹੈ ਪਰਮੇਸ਼ਰ
ਸਾਨੂੰ ਭਗਤ ਜਨਾਂ ਨੂੰ ਤਾਂ ਆਪਣੀ ਨਿੰਦਾ ਕਰਵਾਉਣੀ ਹੀ ਸ੍ਰੇਸ਼ਟ ਹੈ, ਪਰੰਤੂ ਜੋ ਨਿੰਦਕ ਨਿੰਦਿਆ ਕਰਨ ਵਾਲਾ ਪੁਰਸ਼ ਹੈ ਉਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਏਗਾ। ਤੇ ਹਮ ਉਤਰੇ ਪਾਰ, ਹਮ ਅਸੀਂ ਪਾਰ ਉਤਰ ਜਾਵਾਂਗੇ। ਕਿ ਜਾਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਭਗਤ ਕਬੀਰ ਜੀ ਪਰਮੇਸ਼ਰ ਅੱਗੇ ਕਹਿਣ ਲੱਗੇ, ਹੇ ਪਰਮੇਸ਼ਰ ਜੀ, ਸਾਨੂੰ ਭਗਤ ਜਨਾਂ ਨੂੰ ਤਾਂ ਆਪਣੀ ਨਿੰਦਿਆ ਕਰਵਾਉਣੀ ਹੀ ਸ੍ਰੇਸ਼ਟ ਹੈ, ਚੰਗੀ ਹੈ, ਪਰੰਤੂ ਜੋ ਨਿੰਦਕ ਨਿੰਦਿਆ ਕਰਨ ਵਾਲਾ ਪੁਰਸ਼ ਹੈ ਉਹ ਸੰਸਾਰ ਸਮੁੰਦਰ ਦੇ ਵਿੱਚ ਨਿੰਦਾ ਕਰਦਾ ਹੀ ਡੁੱਬ ਜਾਏਗਾ। ਹਮ ਉਤਰੇ ਪਾਰ, ਹਮ ਅਸੀਂ ਭਗਤ ਜੀ ਕਹਿਣ ਲੱਗੇ ਪਾਰ ਉਤਰ ਜਾਵਾਂਗੇ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ ਰਹਾਉ। ਅੱਗੇ ਪਰਮੇਸ਼ਰ ਅੱਗੇ ਭਗਤ ਕਬੀਰ ਜੀ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਹੇ ਰਾਜਾ ਰਾਮ, ਪ੍ਰਕਾਸ਼ ਸਰੂਪ ਪਰਮੇਸ਼ਰ, ਤੂੰ ਅਜਿਹਾ ਨਿਰਭਉ ਭੈ ਤੋਂ ਰਹਿਤ ਸਰੂਪ ਹੈ। ਤਰਨ ਤਾਰਨ ਰਾਮ ਰਾਇਆ, ਹੇ ਰਾਮ ਰਮੇ ਹੋਏ ਪਰਮੇਸ਼ਰ, ਤੂੰ ਆਪਣੇ ਭਗਤ ਜਨਾਂ ਨੂੰ ਤਾਰਨ ਪਾਰ ਕਰਨ ਵਾਸਤੇ ਤਰਨ ਜਹਾਜ਼ ਦੀ ਨਿਆਈ ਹੈ ਅਤੇ ਸਭਨਾਂ ਦਾ ਰਾਇਆ ਰਾਜਾ ਪ੍ਰਕਾਸ਼ ਰੂਪ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਜਬ ਹਮ ਹੋਤੇ ਤਬ ਤੂੰ ਨਾਹੀ, ਆਬ ਤੁਮ ਹੋ ਹਮ ਨਾਹੀ। ਕਹਿਣ ਲੱਗੇ ਆਬ ਤੁਮ ਹੋ ਹਮ ਨਾਹੀ, ਕਿ ਹੇ ਪਰਮੇਸ਼ਰ, ਜਦੋਂ ਹਮ ਅਸੀਂ ਹੰਗਤਾ ਮਮਤਾ ਦੇ ਸਹਿਤ ਆਪਣੇ ਆਪ ਨੂੰ ਜੀਵ ਕਹਾਉਂਦੇ ਹਾਂ, ਜੀਵ ਕਹਾਉਂਦੇ ਹੁੰਦੇ ਸੀ, ਭਗਤ ਜੀ ਕਹਿਣ ਲੱਗੇ ਜਦੋਂ ਸਾਡੇ ਅੰਦਰ ਹੰਗਤਾ ਮਮਤਾ ਸੀ, ਆਬ ਤੁਮ ਹੋ ਹਮ ਨਾਹੀ, ਕਿ ਆਬ ਤਦੋਂ ਤੁਸੀਂ ਸਾਨੂੰ ਪ੍ਰਾਪਤ ਨਹੀਂ ਸੀ ਹੁੰਦੇ, ਜਦੋਂ ਸਾਡੇ ਅੰਦਰ ਹੰਗਤਾ ਮਮਤਾ ਸੀ, ਹੰਕਾਰ ਸੀ। ਆਬ ਤੁਮ ਹੋ ਹਮ ਨਾਹੀ, ਜਦੋਂ ਤੁਸੀਂ ਪ੍ਰਾਪਤ ਹੋ ਗਏ ਤਾਂ ਸਾਡੇ ਵਿੱਚ ਹੰਗਤਾ ਨਹੀਂ ਰਹੀ, ਸਾਡੇ ਵਿੱਚ ਹੰਕਾਰ ਨਹੀਂ ਰਹੀ। ਉਦੋਂ ਅਸੀਂ ਕੁਝ ਵੀ ਨਾ ਰਹੇ, ਸਭ ਕੁਝ ਆਪ ਹੀ ਆਪ ਹੋ। ਆਬ ਹਮ ਤੁਮ ਏਕ ਭਏ ਹਾਹੇ, ਏਕੈ ਦੇਖਤ ਮਨ ਪਤਿਆਹੀ। ਭਗਤ ਜੀ ਕਹਿਣ ਲੱਗੇ ਹੁਣ ਇਸ ਕਾਲ ਭਾਵ ਜੀਵ ਈਸ਼ ਦੀ ਏਕਤਾ ਵਿੱਚ ਅਸੀਂ ਅਤੇ ਤੁਸੀਂ ਇੱਕੋ ਹੀ ਰੂਪ ਹੋ ਗਏ ਹੋ। ਕਿ ਹਾਹੇ ਹਾਂ ਅਤੇ ਇੱਕੋ ਹੀ ਆਪ ਜੀ ਦਾ ਸਰੂਪ ਦੇਖਦੇ ਹਾਂ। ਮਨ ਪਤਿਆਈ, ਕਿ ਉਸ ਵਿੱਚ ਹੀ ਸਾਡਾ ਮਨ, ਸਾਡਾ ਹਿਰਦਾ ਪਤੀਜਦਾ ਹੈ। ਇੱਕੋ ਸਰੂਪ ਤੇ ਪਤਿਆਹੀ ਭਰੋਸਾ ਆ ਗਿਆ ਹੈ। ਜਬ ਬੁੱਧ ਹੋਤੀ ਤਬ ਬਲ ਕੈਸਾ, ਆਬ ਬੁੱਧ ਬਲ ਨਾ ਖਟਾਈ। ਹੇ ਪਰਮੇਸ਼ਰ, ਜਦੋਂ ਸਾਡੀ ਪਦਾਰਥਾਂ ਵਾਲੀ ਅਨਾਤਮਾਕਾਰ ਬੁੱਧੀ ਹੁੰਦੀ ਸੀ, ਭਗਤ ਜੀ ਕਹਿਣ ਲੱਗੇ ਹੇ ਪਰਮੇਸ਼ਰ, ਜਦੋਂ ਸਾਡੀ ਪਦਾਰਥਾਂ ਵਾਲੀ ਅਨਾਤਮਾਕਾਰ ਬੁੱਧੀ ਹੁੰਦੀ ਸੀ, ਤਾਬ ਬਲ ਕੈਸਾ, ਤਦੋਂ ਹਿਰਦੇ ਅੰਦਰ ਵਿਵੇਕ ਦਾ ਬਲ, ਵਿਵੇਕ ਦਾ ਜ਼ੋਰ ਕਿਸ ਤਰ੍ਹਾਂ ਦਾ ਹੋਣਾ ਸੀ। ਜਦੋਂ ਵਿਸ਼ੇ ਵਿਸ਼ੈਣੀ ਮਤ ਸੀ, ਉਦੋਂ ਪਰਮਾਰਥ ਵਾਲਾ ਆਤਮ ਵਿਸ਼ੈਣੀ ਬੁੱਧ ਦਾ ਬਲ ਕਿਸ ਤਰ੍ਹਾਂ ਦਾ ਹੋਣਾ ਸੀ, ਭਾਵ ਨਹੀਂ ਹੋਣਾ ਸੀ। ਆਬ ਬੁੱਧ ਬਲ ਨਾ ਖਟਾਈ, ਆਬ ਹੁਣ ਜਦੋਂ ਸਾਨੂੰ ਆਤਮ ਵਿਸ਼ੈਣੀ ਮਤ ਬਖਸ਼ ਦਿੱਤੀ ਹੈ, ਵਿਵੇਕ ਦਾ ਬਲ ਬਖਸ਼ ਦਿੱਤਾ ਹੈ, ਉਸ ਕਰਕੇ ਕਾਮ ਕ੍ਰੋਧ ਆਦਿਕ ਅਸੁਰੀ ਸੰਪਤਾ ਦਾ ਬਲ ਜ਼ੋਰ ਸਾਡੇ ਵਿੱਚ ਨਹੀਂ ਸਮਾਉਂਦਾ। ਕਹੈ ਕਬੀਰ ਬੁੱਧ ਹਾਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਕਹੈ ਕਬੀਰ ਬੁੱਧ ਹਾਰ ਲਈ, ਹਿਰ ਦਾ ਭਾਵ ਹੈ ਪਾਠ ਹਰ ਹੈ, ਹਿਰ ਚੁਰਾ ਲੈਣਾ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਤੁਸੀਂ ਸਾਡੀ ਵਿਸ਼ੇ ਵਿਸ਼ੈਣੀ ਬੁੱਧੀ ਹਰ ਹਿਰ ਲਈ ਚੁਰਾ ਲੈਣਾ ਕੀਤੀ ਹੈ, ਜਿਸ ਕਰਕੇ ਮੇਰੀ ਵਿਸ਼ੇ ਵਿਸ਼ੈਣੀ ਬੁੱਧੀ ਬਦਲ ਗਈ ਹੈ। ਤੁਸੀਂ ਜਦੋਂ ਸਾਡੀ ਬੁੱਧੀ ਚੁਰਾ ਲਈ, ਸਾਡੀ ਬੁੱਧੀ ਬਦਲ ਗਈ ਹੈ। ਬੁੱਧ ਬਦਲੀ ਸਿੱਧ ਪਾਈ, ਅਤੇ ਜਦੋਂ ਮੁਕਤੀ ਪ੍ਰਾਪਤ ਕਰ ਲਈ ਤਾਂ ਸਾਡੀ ਜਿਹੜੀ ਬੁੱਧੀ ਸੀ ਉਹ ਬਦਲ ਗਈ। ਅਗਲੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਭਗਤ ਕਬੀਰ ਜੀ ਪਾਸ ਕਿਸੇ ਜਗਿਆਸੂ ਨੇ ਆਣ ਕੇ ਬੇਨਤੀ ਕੀਤੀ ਭਗਤ ਕਬੀਰ ਜੀ ਨੂੰ ਕਿ ਭਗਤ ਕਬੀਰ ਜੀ, ਇਹ ਦੇਹ ਕਿਵੇਂ ਬਣੀ ਹੈ? ਤਾਂ ਭਗਤ ਕਬੀਰ ਜੀ ਯੋਗ ਤੇ ਗਿਆਨ ਦੋਵਾਂ ਪ੍ਰਮਾਣਾਂ ਅਨੁਸਾਰ ਸਮਝਾਉਂਦੇ ਹੋਏ ਫਰਮਾਉਂਦੇ ਹਨ। ਕਹਿਣ ਲੱਗੇ, ਖੱਟ ਨੇਮ ਕਰ ਕੋਠੜੀ ਬਾਂਧੀ। ਹੇ ਭਾਈ, ਖੱਟ 6 ਚੱਕਰਾਂ ਦਾ ਨਿਯਮ ਬਣਾ ਕਰਕੇ ਇਹ ਮਨੁੱਖਾ ਦੇਹੀ ਰੂਪੀ ਕੋਠੀ ਬੰਨਣਾ ਕੀਤੀ ਹੈ। ਇਹ ਜਿਹੜੀ ਦੇਹੀ ਹੈ ਕਿ ਬਸਤ ਅਨੂਪ ਬੀਚ ਪਾਈ, ਇਸ ਕੋਠੜੀ ਵਿੱਚ, ਇਸ ਦੇਹੀ ਵਿੱਚ 10ਮ ਦੁਆਰ ਅਨੂਪ ਉਪਮਾ ਤੋਂ ਰਹਿਤ ਚੇਤਨ ਦੀ ਲਾਟ ਰੂਪ ਵਸਤੂ ਪਾਉਣਾ ਕੀਤੀ ਹੈ। ਕੂੰਜੀ ਕੁਲਫ ਪ੍ਰਾਣ ਕਰ ਰਾਖੇ, ਕਿ ਇਹ ਨਾੜੀਆਂ ਦੇ ਅੰਦਰ 6 ਚੱਕਰ ਰੂਪੀ ਕੁਲਫ ਜਿੰਦਰੇ ਲੱਗੇ ਹੋਏ ਹਨ। ਇਹਨਾਂ ਨੂੰ ਖੋਲ੍ਹਣ ਵਾਸਤੇ ਪ੍ਰਾਣ ਕਰ ਰਾਖੇ, ਇਹਨਾਂ ਨੂੰ ਖੋਲ੍ਹਣ ਵਾਸਤੇ ਪ੍ਰਾਣਾਮ ਰੂਪੀ ਕੂੰਜੀ ਚਾਬੀ ਕਰਕੇ ਰੱਖਣਾ ਕੀਤੀ ਹੈ। ਇਸ ਪ੍ਰਕਾਰ ਇਸ ਦੇਹ ਰਚਨ ਨੂੰ ਕਰਤੇ ਬਾਰ ਨਾ ਲਾਈ, ਕਿ ਇਸ ਪ੍ਰਕਾਰ ਇਸ ਦੇਹੀ ਰਚਨ ਨੂੰ ਕਰਤਾ ਪੁਰਖ ਨੇ ਦੇਰੀ ਨਹੀਂ ਲਾਉਣਾ ਕੀਤੀ। ਕਿ ਹੁਣ ਗਿਆਨ ਪ੍ਰਕਰਨ ਅਨੁਸਾਰ ਸਮਝਾਉਂਦੇ ਹਨ ਭਗਤ ਕਬੀਰ ਜੀ। ਕਹਿਣ ਲੱਗੇ ਕਿ ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਕੂੰਜੀ ਕੁਲਫ ਪ੍ਰਾਨ ਕਰ ਰਾਖੀ, ਕਰਤੇ ਬਾਰ ਨਾ ਲਾਈ। ਕਿ ਹੁਣ ਗਿਆਨ ਪ੍ਰਕਰਨ ਅਨੁਸਾਰ ਸਮਝਾਉਂਦੇ ਹਨ ਕਿ ਖੱਟ ਨੇਮ 5 ਤੱਤ ਤੇ 6ਵਾਂ ਚੇਤਨ ਜਾਂ 5 ਸੂਖਮ ਤੱਤ ਤੇ 6ਵਾਂ ਮਨ, ਇਹ ਨਿਯਮ ਕਰਕੇ ਪਰਮੇਸ਼ਰ ਨੇ ਦੇਹੀ ਰੂਪੀ ਕੋਠੜੀ ਬੰਨਣਾ ਕੀਤੀ ਹੈ। ਤੇ ਇਸ ਦੇ ਵਿੱਚ ਅਨੂਪ ਉਪਮਾ ਤੋਂ ਰਹਿਤ ਚੇਤਨ ਸੱਤਾ ਰੂਪੀ ਵਸਤੂ ਪਾਉਣਾ ਕੀਤੀ ਹੈ। ਅਗਿਆਨ ਰੂਪੀ ਕੁਲਫ ਜਿੰਦਰਾ ਲੱਗਿਆ ਹੋਇਆ ਹੈ। ਦੇਹ ਅਭਿਆਸ ਰੂਪੀ ਕੁੰਡਾ ਹੈ। ਆਸਾ ਅੰਦੇਸਾ ਰੂਪੀ ਤਪਸਾ ਹੈ। ਆਸਾ ਅੰਦੇਸਾ ਰੂਪੀ ਤਖਤਾ ਹੈ। ਬ੍ਰਹਮ ਵਿਦਿਆ ਰੂਪੀ ਕੂੰਜੀ ਹੈ। ਤੇ ਇਸ ਵਿੱਚ ਸਵਾਸਾਂ ਨੂੰ ਪਹਿਰੇਦਾਰ ਕਰਕੇ ਰੱਖਣਾ ਕੀਤਾ ਹੈ। ਇਉਂ ਇਸ ਦੇਹੀ ਨੂੰ ਰਚਣ ਲਈ ਕਰਤੇ ਪਰਮੇਸ਼ਰ ਨੇ ਦੇਰ ਨਹੀਂ ਲਾਉਣਾ ਕੀਤੀ। ਆਪ ਮਨ ਜਾਗਤ ਰਹੋ ਰੇ ਭਾਈ। ਕਹਿਣ ਲੱਗੇ, ਇਹ ਭਾਈ ਭਰਾਵੋ, ਹੁਣ ਇਸ ਮਨੁੱਖਾ ਦੇਹੀ ਮਨ ਹਿਰਦੇ ਵਿੱਚ ਗਿਆਨ ਅਵਸਥਾ ਦੇ ਸਹਿਤ ਜਾਗਦੇ ਰਹਿਣਾ ਕਰੋ। ਕਿ ਆਪ ਮਨ ਜਾਗਤ ਰਹੋ ਰੇ ਭਾਈ। ਹੇ ਭਾਈ ਭਰਾਵੋ, ਹੁਣ ਇਸ ਮਨੁੱਖਾ ਦੇਹੀ ਵਿੱਚ ਮਨ ਕਰਕੇ ਹਿਰਦੇ ਵਿੱਚ ਗਿਆਨ ਅਵਸਥਾ ਦੇ ਸਹਿਤ ਜਾਗਦੇ ਰਹਿਣਾ ਕਰੋ। ਆਪਣੇ ਮਨ ਨੂੰ ਸੰਬੋਧਨ ਕਰਦੇ ਹਨ ਕਿ ਹੇ ਮੇਰੇ ਮਨਾ, ਹੇ ਮੇਰੇ ਭਰਾਵਾ, ਗਿਆਨ ਅਵਸਥਾ ਵਿੱਚ ਜਾਗਦਾ ਰਹਿ। ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਭਗਤ ਜੀ ਕਹਿਣ ਲੱਗੇ, ਪਹਿਲਾਂ ਤੂੰ ਗਾਫਲ ਬੇਸਮਝ ਪ੍ਰਮਾਦੀ ਹੋ ਕੇ ਸਾਡਾ ਜਨਮ ਬੇਅਰਥ ਗਵਾ ਲਿਆ ਹੈ। ਗਾਫਲ ਹੋਏ ਕੈ ਜਨਮ ਗਵਾਇਓ। ਭਗਤ ਜੀ ਕਹਿਣ ਲੱਗੇ, ਪਹਿਲਾਂ ਤੂੰ ਹੈ ਜੀਵ ਬੇਖਬਰ ਪ੍ਰਮਾਦੀ ਹੋ ਕੇ ਸਾਰਾ ਜਨਮ ਬੇਅਰਥ ਗਵਾ ਲਿਆ ਹੈ। ਚੋਰ ਮੁਸੈ ਘਰ ਜਾਈ, ਕਿ ਤੇਰੇ ਘਰ ਤੇਰੇ ਸਰੀਰ ਵਿੱਚ
ਹਿਰਦੇ ਰੂਪੀ ਜਗ੍ਹਾ ਵਿੱਚ ਕਾਮ ਕ੍ਰੋਧ ਆਦਿਕ ਰੂਪੀ ਚੋਰਾਂ ਨੇ, ਤਸਕਰਾਂ ਨੇ, ਸ਼ਬਦ ਸਪਰਸ ਆਦਿਕ ਵਿਸ਼ੇ ਰੂਪੀ ਚੋਰ ਦੈਵੀ ਗੁਣਾਂ ਨੂੰ ਲੁੱਟੀ ਜਾ ਰਹੇ ਹਨ। ਰਹਾਉ ਅੱਗੇ ਭਗਤ ਜੀ ਸਮਝਾ ਰਹੇ ਹਨ। ਪੰਜ ਪਹਿਰੂਆ ਧਰਮੈ ਰਹਤੇ ਤਿਨਕਾ ਨਹੀਂ ਪਤਿਆਰਾ। ਪੰਜ ਪਹਿਰੂਆ ਧਰਮੈ ਰਹਤੇ, ਕਿ ਜਿਹੜੇ ਤੇਰੇ ਪੰਜ ਗਿਆਨ ਇੰਦਰੇ ਰੂਪੀ ਪਹਿਰੇਦਾਰ ਗੋਲਕਾਂ ਵਿੱਚ ਰਹਿੰਦੇ ਹਨ। ਤਿਨਕਾ ਨਹੀਂ ਪਤਿਆਰਾ, ਉਹਨਾਂ ਦਾ ਕੋਈ ਵੀ ਭਰੋਸਾ ਨਹੀਂ। ਪੰਜ ਪਹਿਰੂਆ ਧਰਮੈ ਰਹਤੇ, ਜਿਹੜੇ ਤੇਰੇ ਪੰਜ ਗਿਆਨ ਇੰਦਰੇ ਰੂਪੀ ਪਹਿਰੇਦਾਰ, ਦਰ ਹੁੰਦਾ ਗੋਲਕਾਂ ਦੇ ਵਿੱਚ ਰਹਿੰਦੇ ਹਨ, ਉਹਨਾਂ ਦਾ ਕੋਈ ਭਰੋਸਾ ਨਹੀਂ। ਉਹਨਾਂ ਤੇ ਭਤੀਜਣਾ ਨਾ ਕਰ, ਭਰੋਸਾ ਨਾ ਕਰ ਕਿ ਇਹ ਮੇਰੇ ਮੇਲੀ ਹਨ, ਇਹ ਮੇਰੀ ਰੱਖਿਆ ਕਰਨਗੇ। ਇਹ ਤਾਂ ਸਗੋਂ ਕਾਮ ਆਦਿਕ ਦੇ ਮੇਲੀ ਹਨ, ਤੇਰੇ ਮੇਲੀ ਨਹੀਂ ਹਨ। ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ। ਇਸ ਕਰਕੇ ਹੇ ਭਾਈ, ਤੂੰ ਆਪਣੇ ਚਿੱਤ, ਆਪਣੇ ਮਨ ਵਿੱਚ ਸੁਚੇਤ ਸਾਵਧਾਨ ਹੋ ਕੇ ਉਸ ਚੇਤਨ ਪ੍ਰਭੂ ਨੂੰ ਚੇਤੇ ਕਰਦਾ ਰਹਿ। ਚੇਤ ਸੁਚੇਤ ਚਿੱਤ ਹੋਏ ਰਹੋ। ਇਸ ਕਰਕੇ ਹੇ ਭਾਈ, ਤੂੰ ਆਪਣੇ ਚਿੱਤ ਵਿੱਚ, ਮਨ ਵਿੱਚ ਸੁਚੇਤ ਸਾਵਧਾਨ ਹੋ ਕੇ ਉਸ ਚੇਤਨ ਪ੍ਰਭੂ ਨੂੰ ਚੇਤੇ ਕਰਦਾ ਰਹੋ। ਫਿਰ ਉਹ ਚੇਤਨ ਦਾ ਹੀ ਰੂਪ ਹੋ ਜਾਵੇਗਾ। ਆਪਣੇ ਚਿੱਤ ਵਿੱਚ ਚੇਤਨ ਨੂੰ ਚੇਤੇ ਕਰਕੇ ਸੁਚੇਤ ਸਾਵਧਾਨ ਗਿਆਨਵਾਨ ਹੋ ਕੇ ਰਹੋ। ਤੋ ਲੈ ਪ੍ਰਕਾਸ਼ ਉਜਾਰਾ, ਤੋ ਤਾਂ ਉਸ ਪ੍ਰਕਾਸ਼ ਰੂਪ ਪਰਮੇਸ਼ਰ ਦਾ ਉਜਾਰਾ, ਪ੍ਰਕਾਸ਼ ਭਾਵ ਗਿਆਨ ਲੈ ਲਵੇਂਗਾ, ਕਿ ਗਿਆਨ ਪ੍ਰਾਪਤ ਕਰ ਲਵੇਂਗਾ। ਜੇ ਉਜਾਰਾ, ਜੇ ਪ੍ਰਕਾਸ਼ ਸਰੂਪ ਬ੍ਰਹਮ ਹੈ ਜੋ, ਉਸ ਦੇ ਪ੍ਰਕਾਸ਼ ਅਪਰੋਖ ਗਿਆਨ ਨੂੰ ਪ੍ਰਾਪਤ ਕਰ ਲਵੇਂਗਾ, ਤਾਂ ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਨੌ ਦਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨਾ ਪਾਈ। ਇਸ ਨੌ ਗੋਲਕਾਂ ਰੂਪੀ ਘਰ ਨੂੰ ਦੇਖ ਕਰਕੇ ਵੇਖਣ ਵਿੱਚ ਜਿਹੜੀ ਜੀਵ ਰੂਪ ਕਾਮਣ ਇਸਤਰੀ ਭੁੱਲ ਗਈ ਹੈ, ਭਾਵ ਨੌਵਾਂ ਗੋਲਕਾਂ ਦੇ ਵਿਸ਼ਿਆਂ ਨੂੰ ਦੇਖਣ ਵਿੱਚ ਲੱਗ ਗਈ ਹੈ। ਬਸਤ ਅਨੂਪ ਨਾ ਪਾਈ, ਉਹ ਅਨੂਪ ਉਪਮਾ ਤੋਂ ਰਹਿਤ ਆਤਮ ਵਸਤੂ ਨੂੰ ਨਹੀਂ ਪਾ ਸਕਦੀ। ਨੌ ਘਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨਾ ਪਾਈ, ਕਿ ਇਸ ਨੌਵਾਂ ਗੋਲਕਾਂ ਰੂਪੀ ਘਰਾਂ ਨੂੰ, ਜੋ ਇਸ ਮਨੁੱਖ ਦੇ 9 ਦਰਵਾਜ਼ੇ ਹਨ, ਕਿ ਇਹਨਾਂ ਨੂੰ ਜਦੋਂ ਦੇਖ ਕਰਕੇ ਜਿਹੜੀ ਜੀਵ ਰੂਪ ਇਸਤਰੀ ਭੁੱਲ ਗਈ ਹੈ, ਭਾਵ ਨੌਵਾਂ ਗੋਲਕਾਂ ਦੇ ਵਿਸ਼ਿਆਂ ਨੂੰ ਦੇਖਣ ਵਿੱਚ ਲੱਗ ਗਈ ਹੈ, ਉਹ ਉਪਮਾ ਤੋਂ ਰਹਿਤ ਆਤਮ ਵਸਤੂ ਨੂੰ ਨਹੀਂ ਪ੍ਰਾਪਤ ਕਰ ਸਕਦੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੀ। ਜਿਹੜੀ 9 ਗੋਲਕ ਹਨ, ਕਿ ਇਹਨਾਂ ਦੇ ਸਵਾਦਾਂ ਦੇ ਵਿੱਚ ਪੈ ਗਿਆ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਕਹਿਤ ਕਬੀਰ ਨਵੈ ਘਰ ਮੂਸੈ, ਦਸਮੈ ਤਤ ਸਮਾਈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਜਿਹੜੇ 9 ਗੋਲਕਾਂ ਦੇ ਵਿਸ਼ਿਆਂ ਵਿੱਚ ਲੱਗੇ ਹਨ, ਅੱਖਾਂ, ਨੱਕ, ਮੂੰਹ, ਤੇ ਜੋ ਇਹ 9 ਗੋਲਕਾਂ ਹਨ, ਇਹ 9 ਦਰਵਾਜ਼ੇ ਹਨ, ਇਹ ਸਾਰੇ ਮਲੀਨ ਹੀ ਹੁੰਦੇ ਹਨ। ਇਹਨਾਂ ਦੇ ਰਸਾਂ ਦੇ ਵਿੱਚ ਲੱਗਿਆ ਹੋਇਆ ਹੈ ਜਿਹੜਾ, ਉਹਨਾਂ ਨੇ ਸ਼ੁਭ ਗੁਣ ਲੁੱਟੇ ਗਏ ਹਨ ਉਹਨਾਂ ਦੇ, ਜੋ ਇਹਨਾਂ 9 ਨੂੰ ਕਾਬੂ ਕਰਕੇ 10ਵੇਂ ਦੁਆਰ ਵਿੱਚ ਬਿਰਤੀ ਨੂੰ ਟਿਕਾਉਂਦੇ ਹਨ।
ਉਹ ਤਤ ਸਿਧਾਂਤ ਦੇ ਵਿੱਚ ਸਮਾਈ ਮਿਲੇ ਰਹਿੰਦੇ ਹਨ। ਜੋ ਦਸਵੇਂ ਸਾਖੀ ਚੇਤਨ ਰੂਪ ਹੈ, ਉਸ ਦੇ ਤਤ ਸਿਧਾਂਤ ਨੂੰ ਜਾਣ ਕਰਕੇ ਉਸ ਸਰੂਪ ਦੇ ਵਿੱਚ ਅਭੇਦ ਹੋ ਕੇ ਉਹੀ ਰੂਪ ਹੋ ਕੇ ਸਮਾ ਜਾਂਦੇ ਹਨ, ਜਿਹੜੇ ਇਹਨਾਂ 9 ਗੋਲਕਾਂ ਦੇ ਰਸਾਂ ਤੋਂ ਹਟ ਕੇ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੱਗਦੇ ਹਨ। ਉਹੀ ਚੇਤਨ ਸਤਾ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ। ਭਗਤ ਕਬੀਰ ਜੀ ਨੇ ਬੜੇ ਹੀ ਵਿਸਤਾਰ ਦੁਆਰਾ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਕਥਨ ਕਰਦੇ ਹਨ, ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆ ਨਾਨਾ। ਭਗਤ ਕਬੀਰ ਜੀ ਕਹਿਣ ਲੱਗੇ, ਮਾਈ ਮੋਹੇ ਆਵਰ ਨਾ ਜਾਣਿਓ ਆ ਨਾਨਾ। ਕਹਿਣ ਲੱਗੇ, ਹੇ ਭਾਈ ਭਰਾਵੋ, ਮੈਂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਨਾ ਕੀਤਾ ਹੈ, ਤੇ ਨਾ ਹੀ ਆ ਨਾਨਾ, ਨਾ ਨਿਸ਼ਚੇ ਕਰਕੇ ਕਿਸੇ ਹੋਰ ਅਸਥਾਨ ਤੇ ਕੋਈ ਆਨਾ ਦੂਸਰਾ ਮੰਨਿਆ ਹੈ, ਨਾ ਹੀ ਕਿਸੇ ਹੋਰ ਨਾ ਪੁਰਖ ਨੂੰ ਲਿਆਉਣਾ ਕੀਤਾ ਹੈ। ਭਗਤ ਜੀ ਨੇ ਸਮਝਾਉਣਾ ਕੀਤਾ ਹੈ, ਮਾਈ ਮੋਹੇ ਆਵਰ ਨਾ ਜਾਣਿਓ ਆ ਨਾਨਾ, ਕਿ ਹੇ ਮਾਈ, ਹੇ ਭਾਈ, ਮੋਹੇ ਮੈਂ ਪਰਮੇਸ਼ਰ ਤੋਂ ਬਿਨਾਂ ਕਿਸੇ ਆਵਰ ਹੋਰ ਨੂੰ ਨਹੀਂ ਜਾਣਨਾ ਕੀਤਾ, ਅਤੇ ਨਾ ਹੀ ਆ ਨਾਨਾ, ਆਨਾ ਜਮਾ ਨਾ ਨਿਸ਼ਚੇ ਕਰਕੇ ਕਿਸੇ ਹੋਰ ਅਸਥਾਨ ਤੇ ਕੋਈ ਆਨਾ ਦੂਸਰਾ ਮੰਨਿਆ ਹੈ, ਨਾ ਹੀ ਕਿਸੇ ਹੋਰ ਨਾਂ ਨੂੰ, ਹੋਰ ਪੁਰਖ ਨੂੰ ਲਿਆਉਣਾ ਕੀਤਾ ਹੈ। ਸਿਵ ਸੰਕਾਦ ਜਾਸ ਗੁਣ ਗਾਵਹਿ, ਤਾਸ ਬਸੇ ਮੋਰੇ ਪ੍ਰਾਨਾਨਾ। ਰਹਾਉ। ਭਗਤ ਜੀ ਅੱਗੇ ਕਹਿਣ ਲੱਗੇ, ਸਿਵ ਸੰਕਾਦ ਜਾਸ ਗੁਣ ਗਾਵਹਿ। ਸ਼ਿਵ ਜੀ, ਸੰਕਾਦ ਬ੍ਰਹਮਾ ਦੇ ਚਾਰੇ ਪੁੱਤਰ ਜਿਸ ਪਰਮੇਸ਼ਰ ਦੀਆਂ ਸਿਫਤਾਂ ਨੂੰ ਗਾਉਂਦੇ ਹਨ, ਤਾਸ ਵਸੇ ਮੋਰੇ ਪ੍ਰਾਨਾਨਾ, ਕਿ ਉਹ ਪਰਮੇਸ਼ਰ ਮੇਰੇ ਪ੍ਰਾਨਾਨਾ, ਨਾ ਨਿਸ਼ਚੇ ਕਰਕੇ ਪ੍ਰਾਣ ਸਵਾਸਾਂ ਵਿੱਚ ਆ ਕੇ ਬਸਦਾ ਹੈ। ਸ਼ਿਵ ਸੰਕਾਦ ਜਾਸ ਗੁਣ ਗਾਵੇ, ਕਿ ਸ਼ਿਵ ਜੀ ਸੰਕਾਦ ਬ੍ਰਹਮਾ ਦੇ ਚਾਰੇ ਪੁੱਤਰ ਜਿਸ ਪਰਮੇਸ਼ਰ ਦੀਆਂ ਸਿਫਤਾਂ ਨੂੰ ਗਾਉਂਦੇ ਹਨ, ਗੁਣਾਂ ਨੂੰ ਗਾਉਂਦੇ ਹਨ। ਤਾਸ ਬਸੇ ਮੋਰੇ ਪ੍ਰਾਨਾਨਾ, ਕਿ ਤਾਸ ਉਹ ਪਰਮੇਸ਼ਰ ਮੇਰੇ ਪ੍ਰਾਨਾਨਾ, ਕਿ ਨਾ ਨਿਸ਼ਚੇ ਕਰਕੇ ਪ੍ਰਾਣ ਸਵਾਸਾਂ ਵਿੱਚ ਆ ਕੇ ਬਸਦਾ ਹੈ। ਰਹਾਉ। ਅੱਗੇ ਭਗਤ ਜੀ ਸਮਝਾ ਰਹੇ ਹਨ, ਹਿਰਦੈ ਪ੍ਰਗਾਸ ਗਿਆਨ ਗੁਰ ਗੰਮਤ, ਗਾਗਨ ਮੰਡਲ ਮੈਂ ਧਿਆਨ ਨਾਨਾ। ਕਿ ਜਿਨ੍ਹਾਂ ਸਤਿਗੁਰਾਂ ਦੀ ਗਿਆਨ ਵਿੱਚ ਗੰਮਤਾ ਹੈ, ਜਿਨ੍ਹਾਂ ਸਤਿਗੁਰਾਂ ਦੀ ਗਿਆਨ ਵਿੱਚ ਗੰਮਤਾ ਹੈ, ਭਾਵ ਬ੍ਰਹਮ ਨਿਸ਼ਟੀ ਬ੍ਰਹਮ ਸੂਤਰੀ ਗੁਰੂ ਜੀ ਜਦੋਂ ਪ੍ਰਾਪਤੀ ਹੋਈ, ਤਦੋਂ ਮੇਰੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਗੁਰੂ ਸਾਹਿਬ ਜੀ ਆਪ ਗਿਆਨ ਸਰੂਪ ਹਨ, ਤੇ ਅਧਿਕਾਰੀ ਦੀ ਗਿਆਨ ਸਰੂਪ ਵਿੱਚ ਗੰਮਤਾ ਕਰਾਉਣ ਵਾਲੇ ਹਨ। ਉਹਨਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਗਾਗਨ ਮੰਡਲ ਮੈਂ ਧਿਆਨ ਨਾਨਾ, ਕਿ ਗਗਨ ਮੰਡਲ 10ਵੇਂ ਦੁਆਰ ਵਿੱਚ ਵੀ ਉਸੇ ਦਾ ਹੀ ਧਿਆਨ ਨਾਨਾ, ਨਾ ਨਿਸ਼ਚੇ ਕਰਕੇ ਧਿਆਨ ਹੈ, ਕਿ ਗਿਆਨ ਲੱਗਿਆ ਹੈ। ਬਿਖੈ ਰੋਗ ਭੈ ਬੰਧਨ ਭਾਗੇ, ਮਾਨ ਨਿਜ ਘਰ ਸੂਖ ਜਾ ਨਾਨਾ।
ਮਹਾਰਾਜ ਜੀ ਦੀ ਕਿਰਪਾ ਹੋਣ ਕਰਕੇ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ੇ ਰੋਗ ਕਾਮ ਆਦਿਕ 7 ਪ੍ਰਕਾਰ ਦਾ ਡਰ ਭੈ ਅਤੇ ਕਰਤਾ ਭੋਗਤਾ ਦੇ ਬੰਧਨ ਜੰਜਾਲ ਸਾਰੇ ਹੀ ਭਗਤ ਜੀ ਕਹਿਣ ਲੱਗੇ ਭੱਜ ਗਏ, ਨਾਸ ਹੋ ਗਏ ਹਨ। ਅਤੇ ਮਾਨ ਨਿਜ ਘਰ ਸੂਖ ਜਾ ਨਾਨਾ ਨਾ ਕਿ ਮਨ ਹਿਰਦੇ ਵਿੱਚ ਨਿਸ਼ਚੇ ਕਰਕੇ ਸਵੈ ਸਰੂਪ ਘਰ ਦੇ ਸੁੱਖਾਂ ਨੂੰ ਜਾਣ ਲਿਆ ਹੈ। ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆਨਾਨਾ। ਭਗਤ ਜੀ ਕਹਿਣ ਲੱਗੇ ਏਕ ਸਮਤ ਰਤ, ਜਦੋਂ ਏਕ ਇੱਕ ਅਦਵੈਤ ਸਰੂਪ ਗੁਰੂ ਸਾਹਿਬ ਜੀ ਦੀ ਪ੍ਰੀਤੀ ਹੋਈ, ਗੁਰਾਂ ਦੀ ਪ੍ਰੀਤੀ ਦੁਆਰਾ ਸ੍ਰੇਸ਼ਟ ਮਤ ਆਤਮ ਵਿਸੈਣੀ ਬੁੱਧੀ ਪ੍ਰਾਪਤ ਹੋਈ। ਫਿਰ ਗੁਰਾਂ ਦੇ ਉਪਦੇਸ਼ ਦੁਆਰਾ ਸਰਾਵਣ ਮੰਨਣ ਆਦਿਕ ਸਾਧਨ ਕਰਕੇ ਜਾਨ ਮਾਨ ਪ੍ਰਭ ਕਿ ਪਰਮੇਸ਼ਰ ਦੇ ਸਰੂਪ ਨੂੰ ਜਾਣ ਲਿਆ ਹੈ। ਹੁਣ ਪਰਮੇਸ਼ਰ ਗਿਆਨ ਸਰੂਪ ਦੇ ਮੰਨਣ ਤੋਂ ਬਗੈਰ ਦੂਸਰ ਮਨ ਹੈ ਨਾ ਆ ਨਾਨਾ ਕਿ ਦੂਸਰਾ ਕਿ ਦੂਜਾ ਮਨ ਵਿੱਚ ਨਿਸ਼ਚੇ ਕਰਕੇ ਲਿਆਉਣਾ ਨਹੀਂ ਕੀਤਾ। ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨ ਨਾਨਾ। ਜਿਵੇਂ ਚੰਦਰ ਦੀ ਬਾਸ ਚੰਦਨ ਬਾਸ ਭਏ ਮਨ ਬਾਸਨ, ਭਗਤ ਜੀ ਕਹਿਣ ਲੱਗੇ ਜਿਵੇਂ ਚੰਦਨ ਦੀ ਸੁਗੰਧੀ ਕਰਕੇ ਬਣ ਵਿੱਚ ਹੋਰ ਰੁੱਖ ਵੀ ਚੰਦਨ ਦੀ ਖੁਸ਼ਬੂ ਵਾਲੇ ਹੋ ਜਾਂਦੇ ਹਨ, ਇਵੇਂ ਸਤਿਗੁਰੂ ਸਾਹਿਬ ਰੂਪੀ ਚੇਤਨ ਸਤਿਗੁਰੂ ਸਾਹਿਬ ਰੂਪੀ ਚੰਦਨ ਦੀ ਉਪਦੇਸ਼ ਰੂਪੀ ਸੁਗੰਧੀ ਕਰਕੇ ਹਿਰਦਾ ਆਦਿਕ ਹੋਰ ਇੰਦਰੇ ਸਭ ਭਗਤੀ ਰੂਪੀ ਖੁਸ਼ਬੂ ਵਾਲੇ ਹੋ ਗਏ ਹਨ। ਅਤੇ ਤਿਆਗ ਘਟਿਓ ਅਭਿਮਾਨ ਨਾਨਾ, ਅਤੇ ਘਟਿਓ ਹਿਰਦੇ ਵਿੱਚੋਂ ਹੋਰ ਹਿਰਦੇ ਵਿੱਚੋਂ ਨਿਸ਼ਚੇ ਕਰਕੇ ਅਭਿਮਾਨ ਨਾਨਾ ਕਿ ਹੰਕਾਰ ਗਵਾਨ ਛੱਡ ਦਿੱਤਾ ਹੈ। ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ। ਕਿ ਹੇ ਭਾਈ ਜਿਹੜੇ ਪੁਰਸ਼ ਸੁਆਮੀ ਪਰਮੇਸ਼ਰ ਦੇ ਕੀਰਤ ਨੂੰ ਸਿਫਤ ਸਲਾਹ ਨੂੰ ਰਸਨਾ ਦੁਆਰਾ ਗਾਉਣਗੇ ਜਾਂ ਮਨ ਕਰਕੇ ਧਿਆਉਣਗੇ, ਤਾਸ ਉਹਨਾਂ ਦੇ ਹਿਰਦੇ ਰੂਪੀ ਥਾ ਨਾਨਾ ਥਾਂ ਵਿੱਚ ਨਿਸ਼ਚੇ ਕਰਕੇ ਪਰਮੇਸ਼ਰ ਆਪ ਵਸਦਾ ਹੈ। ਕਿ ਜੋ ਜਨ ਗਾਏ ਧਿਆਏ ਜਸ ਠਾਕੁਰ, ਹੇ ਭਾਈ ਜਿਹੜੇ ਪੁਰਸ਼ ਠਾਕੁਰ ਸੁਆਮੀ ਪਰਮੇਸ਼ਰ ਦੇ ਜਸ ਕੀਰਤਨ ਨੂੰ ਰਸਨਾ ਦੁਆਰਾ ਗਾਉਣਗੇ ਜਾਂ ਮਨ ਕਰਕੇ ਧਿਆਉਣਗੇ, ਤਾਸ ਪ੍ਰਭੂ ਹੈ ਥਾ ਨਾਨਾ ਕਿ ਤਾਸ ਉਹਨਾਂ ਦੇ ਹਿਰਦੇ ਰੂਪੀ ਥਾਨਾ ਥਾਂ ਵਿੱਚ ਹਿਰਦੇ ਵਿੱਚ ਨਿਸ਼ਚੇ ਕਰਕੇ ਉਹ ਪ੍ਰਭੂ ਪਰਮੇਸ਼ਰ ਆਪ ਵਸਦਾ ਹੈ। ਤੇਹ ਵੱਡ ਭਾਗ ਬਸਿਓ ਮਨ ਜਾਂ ਕੈ ਕਰਮ ਪ੍ਰਧਾਨ ਮਾਥਾ ਨਾਨਾ। ਕਹਿਣ ਲੱਗੇ ਹੈ ਭਾਈ ਤਿੰਨਾਂ ਦੇ ਬੜੇ ਵੱਡੇ ਭਾਗ ਹਨ, ਭਾਵ ਉਹਨਾਂ ਦੇ ਬੜੇ ਵੱਡੇ ਭਾਗ ਹਨ ਜਿਨ੍ਹਾਂ ਦੇ ਮਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਆਪ ਵਸ ਰਿਹਾ ਹੈ। ਤੇਹ ਵੱਡ ਭਾਗ ਬਸਿਓ ਮਨ ਜਾਂ ਕੈ ਕਿ ਹੇ ਭਾਈ ਉਹਨਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਆਪ ਵਸ ਰਿਹਾ ਹੈ। ਕਰਮ ਪ੍ਰਧਾਨ ਮਥਾ ਨਾਨਾ ਕਿ ਉਹਨਾਂ ਦੇ ਮਥਾ ਨਾਨਾ, ਮਥਾਨਾ ਜਮਾ ਨਾ ਨਿਸ਼ਚੇ ਕਰਕੇ ਮਥਾਨਾ ਮੱਥੇ ਦੇ ਕਰਮ ਪ੍ਰਧਾਨ ਸ਼੍ਰੋਮਣੀ ਮੁਖੀ ਹਨ। ਕਾਟ ਸਗਤ ਸਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਾ ਨਾਨਾ। ਉਹਨਾਂ ਦੇ ਸਖਤ ਪਾਰਵਤੀ ਸ਼ਿਵ ਜੀ ਦੀ ਉਪਾਸਨਾ ਕਾਟ ਕੱਟ ਦਿੱਤੀ ਹੈ।
ਕਾਟ ਸਾਖਤ ਸੇਵ ਸਹਿਜ ਪ੍ਰਗਾਸਿਓ, ਕਿ ਉਹਨਾਂ ਦੇ ਸਾਖਤ ਪਾਰਵਤੀ ਸ਼ਿਵ ਸ਼ਿਵ ਜੀ ਦੀ ਉਪਾਸਨਾ ਕੱਟ ਦਿੱਤੀ ਹੈ, ਕਿ ਸਾਖਤ ਪ੍ਰਕਿਰਤੀ ਤੇ ਸ਼ਿਵ ਪੁਰਖ ਕੱਟ ਦਿੱਤਾ ਹੈ। ਉਹਨਾਂ ਨੂੰ ਸਹਿਜ ਪ੍ਰਗਾਸਿਓ, ਉਹਨਾਂ ਨੂੰ ਸਹਿਜ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਅਤੇ ਏਕੈ ਏਕ ਸਮਾਨਾਨਾ, ਅਤੇ ਨਿਸ਼ਚੈ ਕਰਕੇ ਉਹ ਇੱਕੋ ਇੱਕ ਬ੍ਰਹਮ ਸਰੂਪ ਵਿੱਚ ਸਮਾ ਗਏ ਹਨ। ਕਹਿ ਕਬੀਰ ਗੁਰ ਭੇਟ ਮਹਾ ਸੁਖ, ਭਰਮਤ ਰਹੇ ਮਨ ਮਾਨਾਨਾ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਉਂ ਸਤਿਗੁਰਾਂ ਨਾਲ ਮਿਲ ਕਰਕੇ ਮਹਾ ਸੁਖ, ਆਤਮ ਸੁਖ, ਸਹਿਜ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਪਹਿਲਾਂ ਤਾਂ ਭਰਮਤ ਰਹੇ ਮਨ ਮਾਨਾਨਾ, ਕਿ ਪਹਿਲਾਂ ਤਾਂ ਭਰਮਦੇ ਰਹਿੰਦੇ ਸੀ, ਕਿਉਂਕਿ ਉਦੋਂ ਮਾਨਾ ਜਮਾ ਨਾ ਨਹੀਂ ਮੰਨਿਆ ਸੀ। ਗੁਰਾਂ ਦੀ ਪ੍ਰਾਪਤੀ ਕਰਕੇ ਹੁਣ ਭਰਮਣ ਵੱਲੋਂ ਰਹਿ ਗਏ ਹਾਂ, ਅਤੇ ਨਿਹਚੇ ਕਰਕੇ ਮਨ ਮੰਨ ਗਿਆ ਹੈ। ਭਗਤ ਕਬੀਰ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ। ਕਹਿ ਕਬੀਰ ਗੁਰ ਭੇਟ ਮਹਾ ਸੁਖ, ਭਰਮਤ ਰਹੇ ਮਨ ਮਾਨਾਨਾ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਉਂ ਸਤਿਗੁਰਾਂ ਨਾਲ ਮਿਲਣੇ ਕਰਕੇ ਮਹਾ ਸੁਖ, ਆਤਮ ਸੁਖ, ਸਹਿਜ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਪਹਿਲਾਂ ਤਾਂ ਭਰਮਤ ਰਹੇ, ਕਿ ਭਰਮਦੇ ਰਹਿੰਦੇ ਸੀ, ਕਿਉਂਕਿ ਉਦੋਂ ਉਦੋਂ ਮਾਨਾ ਜਮਾ ਨਾ ਨਹੀਂ ਮੰਨਿਆ ਸੀ। ਗੁਰਾਂ ਦੀ ਪ੍ਰਾਪਤੀ ਕਰਕੇ ਹੁਣ ਭਰਮਣ ਵੱਲੋਂ ਰਹਿ ਗਏ ਹਾਂ, ਅਤੇ ਮਾਨਾਨਾ ਨਿਸ਼ਚੇ ਕਰਕੇ ਮਨ ਮੰਨ ਗਿਆ ਹੈ। ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ